ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ, ਪੜ ਪੜ ਕਰਹਿ ਵਿਚਾਰ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਤੀਰਥ ਨਾਵਹਿ ਅਰਚਾ ਪੂਜਾ, ਅਗਰਵਾਸ ਬਹਿਕਾਰ। ਜੋਗੀ ਸੁਨ ਤੇ ਆਵਨ ਜੇਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਰੰਜਨ, ਕਾਇਆ ਕਾਇਆਕਾਰ। ਸਤਿਆ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ। ਦੇ ਦੇ ਮੰਗੈ ਸਹਸਾ ਗੁਣਾ, ਸੋਭ ਕਰੇ ਸੰਸਾਰ। ਚੋਰਾਂ ਯਾਰਾਂ ਤੈ ਕੁੜਿਆਰਾਂ, ਖਾਰਾ ਬਾਂ ਬੇਕਾਰ। ਇੱਕ ਹੁੰਦਾ ਖਾਏ ਚੱਲਹਿ ਥਾਉ, ਤਿਨਾ ਪਿਕਾਈ ਕਾਰ। ਜਲ ਥਲ ਜੀਆਂ ਪੁਰੀਆਂ ਲੋਆਂ, ਆਕਾਰਾਂ ਆਕਾਰ। ਓਏ ਜੇ ਆਖੈ ਸੋ ਤੂੰ ਹੈ ਜਾਣਹਿ, ਤਿਨਾ ਪੇ ਤੇਰੀ ਸਾਰ। ਨਾਨਕ ਭਗਤਾਂ ਭੁਖ ਸਲਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹੈ ਦਿਨ ਰਾਤੀ, ਗੁਣਵੰਤਿਆ ਪਾਸ਼ਾਰ। ਸਦਾ ਆਨੰਦ ਰਹੈ ਦਿਨ ਰਾਤੀ, ਗੁਣਵੰਤਿਆ ਪਾਸ਼ਾਰ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਨ ਦੀ ਕਰੀਏ ਕੋਸ਼ਿਸ਼। ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਹਰ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰਾਂ ਦੇ ਵਿੱਚੋਂ ਇਹ ਵਾਰ ਗਾਇਨ ਕੀਤੀ ਜਾਂਦੀ ਹੈ। 5 ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। 6ਵੀਂ ਪੌੜੀ ਤੇ ਨਾਲ ਜਿਹੜੇ ਸ਼ਲੋਕ ਆ ਉਹਨਾਂ ਦੀ ਵਿਚਾਰ ਆਪਾਂ ਕਰਨੀ ਸ਼ੁਰੂ ਕਰ ਰਹੇ ਹਾਂ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਮੁਸਲਮਾਨਾ ਸਿਫਤ ਸਰੀਅਤ, ਪੜ ਪੜ ਕਰਹਿ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਉਸ ਸਮੇਂ ਮੁਸਲਮਾਨਾਂ ਦਾ ਧਰਮ ਸੀ ਤੇ ਹਿੰਦੂ ਧਰਮ ਸੀ ਤੇ ਯੋਗ ਮਤ, ਇਹ ਤਿੰਨੇ ਹੀ ਮਸ਼ਹੂਰ ਸੀਗੇ ਗੁਰੂ ਨਾਨਕ ਬਾਬਾ ਜੀ ਦੇ ਸਮੇਂ ਤੇ ਤਿੰਨਾਂ ਧਰਮਾਂ ਦੇ ਵਿੱਚ ਹੀ ਇਹ ਗੱਲ ਸਹੀ ਆ ਕਿ ਜਦੋਂ ਕੋਈ ਵੀ ਗੱਲ ਸ਼ੁਰੂ ਹੁੰਦੀ ਆ ਉਦੋਂ ਉਹ ਬਹੁਤ ਵਧੀਆ ਹੁੰਦੀ ਹੈ। ਹੌਲੀ 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 ਉਹਦੇ ਵਿੱਚ ਰਲ ਗੱਡ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕ ਤਬਕਾ ਜਿਹਨੂੰ ਪੁਜਾਰੀਵਾਦ ਕਿਹਾ ਜਾਂਦਾ, ਇਹ ਸਾਰੇ ਧਰਮਾਂ ਦੇ ਵਿੱਚ ਹੀ ਆ, ਉਹ ਪੈਦਾ ਹੋ ਜਾਂਦਾ ਤੇ ਉੱਥੋਂ ਫਿਰ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਮੁਸਲਮਾਨ ਧਰਮ ਦੇ ਵਿੱਚ ਆ, ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਆ। ਇਹੀ ਹਾਲ ਜੋਗੀਆਂ ਦਾ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹੀ ਹਾਲ ਅੱਜ ਕੱਲ੍ਹ ਸਿੱਖਾਂ ਦਾ ਵੀ ਹੋਇਆ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਤਿੰਨਾਂ ਤੋਂ ਸਾਨੂੰ ਛਡਾਉਣਾ ਚਾਹੁੰਦੇ ਹਨ। ਪਹਿਲੀ ਗੱਲ ਤਾਂ ਇਹੀ ਹੈ ਗੁਰਬਾਣੀ ਦਾ ਪ੍ਰਮਾਣ ਕਿ ਹਿੰਦੂ ਮੁੱਲਾ ਜੋ ਲਿਖ ਦੀਆ, ਛਾੜ ਚੱਲੇ ਹਮ ਕਛੂ ਨਾ ਲੀਆ। ਜੋ ਉਹਨਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ, ਪਰ ਅਸੀਂ ਉਹ ਸਾਰਾ ਕੁਝ ਛੱਡ ਆਏ ਹਾਂ। ਕਿਉਂਕਿ ਜਿਹੜੀ ਚੀਜ਼ ਠੀਕ ਨਾ ਹੋਵੇ ਉਹਨੂੰ ਛੱਡ ਕੇ ਫਿਰ ਨਵਾਂ ਘਰ ਬਣਾਉਣਾ ਹੀ ਠੀਕ ਰਹਿੰਦਾ। ਤੇ ਜਾਂ ਗੁਰਬਾਣੀ ਦਾ ਪ੍ਰਮਾਣ ਆ, ਕਾਦੀ ਝੂਠ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ।
ਇਹ ਵੀ ਸਮਝਾਇਆ ਗਿਆ ਕਿ ਕਾਦੀ ਆ ਜਿਹੜੇ ਇਹ ਝੂਠ ਬੋਲਦੇ ਆ, ਝੂਠ ਬੋਲ ਕੇ ਮਲ ਖਾਂਦੇ ਆ, ਮੈਲ ਖਾਂਦੇ ਆ, ਭਾਵ ਪੈਸਾ ਖਾਂਦੇ ਆ ਹਰਾਮ ਦਾ, ਅਤੇ ਇਸ ਤਰ੍ਹਾਂ ਜਿਹੜਾ ਹੈ ਕਰਕੇ ਤੇ ਨਿਆਂ ਕਰ ਦਿੰਦੇ ਆ ਪੈਸਾ ਲੈ ਕੇ। ਅਤੇ ਬ੍ਰਾਹਮਣ ਆ ਜਿਹੜੇ ਉਹ ਲੋਕਾਂ ਨੂੰ ਲੁੱਟੀ ਜਾਂਦੇ ਆ, ਜਿਹੜੇ ਪੁਜਾਰੀ ਆ, ਅਤੇ ਬਾਅਦ 'ਚ ਨਹਾ ਕੇ ਕਹਿ ਦਿੰਦੇ ਆ ਜੀਆਂ ਖਾਏ, ਜੀਆਂ ਨੂੰ ਖਾਈ ਜਾਂਦੇ ਆ, ਨਹਾ ਕੇ ਕਹਿ ਦਿੰਦੇ ਅਸੀਂ ਸੁੱਚੇ ਹੋ ਗਏ। ਤੀਜੇ ਜੋਗੀ, ਜੋਗੀ ਜੁਗਤ ਨਾ ਜਾਣੈ ਅੰਧ, ਜੋਗੀ ਵੀ ਗਿਆਨਵਾਨ ਨਹੀਂ ਹੈ, ਅਸਲ ਜੋਗ ਕੀ ਹੈ ਇਹ ਨਹੀਂ ਜਾਣਦੇ। ਅਤੇ ਤੀਨੇ ਉਜਾੜੇ ਕਾ ਬੰਦ, ਗੁਰੂ ਬਾਬਾ ਜੀ ਨੇ ਸਮਝਾ ਦਿੱਤਾ। ਇਸ ਕਰਕੇ ਸਿੱਖ ਧਰਮ ਸਾਰਿਆਂ ਦੇ ਵਾਸਤੇ ਇਹ ਧਰਮ ਆ, ਹਰ ਇੱਕ ਗਰੀਬ ਅਮੀਰ ਇਸ ਧਰਮ ਨੂੰ ਅਪਣਾ ਸਕਦਾ ਜੋ ਸਭ ਦੇ ਅੰਦਰ ਹੈ। ਕਿਉਂਕਿ ਮਨ ਨੂੰ ਸਮਝਾਉਣਾ, ਜਦੋਂ ਮਨ ਤੋਂ ਹਰੇਕ ਪਰੇਸ਼ਾਨ ਆ, ਚਾਹੇ ਹਿੰਦੂ ਵੀਰ ਆ, ਚਾਹੇ ਮੁਸਲਮਾਨ ਵੀਰ ਆ, ਬੋਧੀ ਆ, ਜੈਨੀ ਆ, ਸਾਈ ਆ, ਕਾਲਾ ਗੋਰਾ, ਮਨ ਤੋਂ ਸਾਰੇ ਪਰੇਸ਼ਾਨ ਆ। ਗੁਰਬਾਣੀ ਮਨ ਨੂੰ ਸਿੱਖਿਆ ਦਿੰਦੀ ਹੈ, ਮਨ ਨੂੰ ਸਮਝਾਉਂਦੀ ਹੈ। ਇਸ ਕਰਕੇ ਇਹ ਗੁਰਬਾਣੀ ਸਾਰਿਆਂ ਦੇ ਵਾਸਤੇ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਬਾਕੀ ਧਰਮਾਂ ਦਾ ਵੀ ਗਿਆਨ ਨਾਲ ਦੀ ਨਾਲ ਆਉਂਦਾ ਜਾਂਦਾ। ਪੂਰੇ ਗੁਰੂ ਇਸੇ ਕਰਕੇ ਕਿਹਾ ਜਾਂਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਇੱਕ ਸਿੱਖ ਦਾ ਜ਼ਰੂਰੀ ਸਿਲੇਬਸ ਆ। ਬਾਰ ਪੜ੍ਹਨਾ, ਵਿਚਾਰਨਾ ਇਹ ਸਾਡੇ ਵਾਸਤੇ ਜ਼ਰੂਰੀ ਹੈ, ਅਤੇ ਸਾਨੂੰ ਸਾਰਾ ਹੀ ਗਿਆਨ ਹੋ ਜਾਂਦਾ। ਐਂ ਸਮਝ ਲਓ ਵੀ ਜਿੰਨੀਆਂ ਧਾਰਮਿਕ ਪੁਸਤਕਾਂ ਨਿਕਲੀਆਂ ਸਿੱਖ ਧਰਮ ਦੀਆਂ ਖਾਸ ਕਰਕੇ, ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਨਿਕਲੀਆਂ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੰਮੀ ਇਲਾਹੀ ਨਾਲ ਜੁੜਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਅੱਜ ਮੁਸਲਮਾਨਾਂ ਦਾ ਕਿਸ ਤਰ੍ਹਾਂ ਸ਼ਰੀਅਤ ਦੇ ਵਿੱਚ, ਸ਼ਰ੍ਹਾ ਦੇ ਵਿੱਚ ਆਉਣਾ ਜ਼ਰੂਰੀ ਹੈ, ਉਹ ਗੁਰੂ ਬਾਬਾ ਜੀ ਸਮਝਾ ਰਹੇ ਹਨ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਕਿ ਮੁਸਲਮਾਨਾਂ ਦਾ ਧਰਮ ਕੀ ਕਹਿੰਦਾ ਭਾਈ। ਮੁਸਲਮਾਨਾਂ ਸਿਫਤ ਸ਼ਰੀਅਤ, ਮੁਸਲਮਾਨ ਉਹਨੂੰ ਚੰਗਾ ਆਦਮੀ ਮੰਨਦੇ ਆ। ਧਰਮ ਦਾ ਅਸਲੀ ਕੀ ਹੈ, ਜਿਹੜਾ ਕੰਮ ਕੀ ਹੈ ਧਰਮ ਦਾ, ਚਾਹੇ ਹਿੰਦੂ ਧਰਮ ਆ, ਚਾਹੇ ਮੁਸਲਮਾਨ ਧਰਮ ਆ, ਚਾਹੇ ਸਿੱਖ ਧਰਮ ਆ, ਚਾਹੇ ਬੋਧੀ, ਚਾਹੇ ਜੈਨੀ, ਮਤਲਬ ਕੀ ਹੈ ਚੰਗਾ ਇਨਸਾਨ ਬਣਨਾ, ਲੁਕਾਈ ਦਾ ਭਲਾ ਕਰਨਾ, ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ, ਬੁਰਾਈਆਂ ਤੋਂ ਬਚਣਾ। ਅਤੇ ਇਹੀ ਸਾਰਾ ਆਪਣੀ ਆਪਣੀ ਸਿੱਖਿਆ ਦੇ ਮੁਤਾਬਕ ਜਿਹੜਾ ਹੈ ਸਿਖਾਇਆ ਜਾਂਦਾ। ਮੁਸਲਮਾਨਾਂ ਦਾ ਕੀ ਹੈ, ਮੁਸਲਮਾਨਾਂ ਸਿਫਤ ਸ਼ਰੀਅਤ, ਜਿਹੜੇ ਸ਼ਰ੍ਹਾ ਦੇ ਵਿੱਚ ਆ ਜਾਂਦੇ ਆ ਉਹਨਾਂ ਨੂੰ ਚੰਗੇ ਇਨਸਾਨ ਮੰਨਦੇ ਆ। ਪੜ੍ਹ ਕਰਹਿ ਵਿਚਾਰ, ਉਹ ਕੁਰਾਨ ਦੀਆਂ ਕਰਾਇਤਾਂ ਨੂੰ ਜਿਹੜੀ ਹੈ ਕੁਰਾਨ ਦੀਆਂ ਹਕਾਇਤਾਂ ਨੂੰ, ਵਾਹਿਗੁਰੂ ਮਾਫ਼ ਕਰਨਾ, ਜਿਹੜੀ ਪਵਿੱਤਰ ਕੁਰਾਨ ਆ ਉਹਦੀ ਵਿਚਾਰ ਕਰਦੇ ਹਨ, ਜਿਹੜੇ ਬੰਦੀ ਦੇ ਆਪਣੇ ਸ਼ਰੀਅਤ ਦੇ ਵਿੱਚ, ਸ਼ਰ੍ਹਾ ਦੇ ਵਿੱਚ ਆ ਜਾਂਦੇ ਹਨ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਬੰਦੇ ਉਹ ਆ ਜੋ ਬੰਦੀ ਦੇ ਵਿੱਚ ਪੈਣ, ਭਾਵ ਕਿ ਕੁਝ ਚੀਜ਼ਾਂ ਵੱਲੋਂ, ਜਿਵੇਂ ਆਪਾਂ ਐਂ ਕਹਿ ਲਈਏ ਵੀ ਨਹਿਰ ਆ ਜਿਹੜੀ, ਜਿੰਨਾ ਚਿਰ ਕਿਨਾਰਿਆਂ ਦੇ ਅਧੀਨ ਚੱਲਦੀ ਆ, ਕਿਨਾਰਿਆਂ ਤੋਂ ਨੀਵੀਂ ਚੱਲਦੀ ਆ, ਕਿਨਾਰਿਆਂ ਦੇ ਵਿੱਚ ਚੱਲਦੀ ਆ, ਤਾਂ ਉਹ ਫਾਇਦਾ ਕਰਦੀ ਹੈ। ਜਦੋਂ ਕਿਨਾਰੇ ਭੰਨ ਜਾਂਦਾ ਪਾਣੀ ਫਿਰ ਨੁਕਸਾਨ ਕਰਦਾ। ਅਤੇ ਬੰਦਾ ਵੀ ਇਸੇ ਤਰ੍ਹਾਂ ਹੀ ਹੈ, ਜਿੰਨਾ ਚਿਰ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਾ, ਬੰਦੇ ਦੇ ਅੰਦਰ ਫੁਰਨੇ ਤਾਂ ਬਹੁਤ ਤਰ੍ਹਾਂ ਦੇ ਆਉਂਦੇ ਆ। ਮਨ ਨੀਵਾਂ, ਮੱਤ ਉੱਚੀ ਜਦੋਂ ਹੋ ਜਾਂਦੀ ਹੈ ਉਦੋਂ ਚੰਗਾ ਇਨਸਾਨ ਬਣ ਜਾਂਦਾ, ਜਿਹੜਾ ਬੰਦੀ ਦੇ ਵਿੱਚ ਆ ਜਾਂਦਾ। ਇਹ ਮੁਸਲਮਾਨਾਂ ਦਾ ਕਹਿਣਾ, ਵੇਖਣ ਕੋ ਦੀਦਾਰ, ਉਹ ਪਰਮਾਤਮਾ ਦੇ ਦੀਦਾਰ ਵਾਸਤੇ ਬੰਦਾ ਬਣਨਾ ਬਹੁਤ ਜ਼ਰੂਰੀ ਹੈ। ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ, ਹਿੰਦੂ ਵੀਰ ਆ ਜਿਹੜੇ ਉਹ ਪਰਮਾਤਮਾ ਦੀ, ਵਾਹਿਗੁਰੂ ਦੀ ਸਲਾਹੁਤਾ ਕਰਦੇ ਆ, ਮੂਰਤੀਆਂ ਦੇ ਰਾਹੀਂ ਸਲਾਹੁੰਦੇ ਆ, ਦਰਸ਼ਨ ਰੂਪ ਉਹਨੂੰ ਉਹ ਕਹਿੰਦੇ ਆ ਸਾਨੂੰ ਕੁਛ ਨਾ ਕੁਛ ਦਿਖਦਾ ਹੋਣਾ ਚਾਹੀਦਾ, ਮੂਰਤੀ ਹੋਣੀ ਚਾਹੀਦੀ ਹੈ ਸਾਹਮਣੇ। ਉਹ ਅਪਾਰ ਰੂਪ ਪਰਮਾਤਮਾ ਨੂੰ ਦਰਸ਼ਨ ਮੂਰਤੀਆਂ ਦੇ ਰੂਪ ਦੇ ਵਿੱਚ ਪੂਜ ਰਹੇ ਹਨ। ਤੀਰਥ ਨਾਵਹਿ ਅਰਚਾ ਪੂਜਾ ਅਗਰ ਬਾਸ ਬਹਿਕਾਰ, ਫਿਰ ਤੀਰਥਾਂ 'ਤੇ ਨਹਾਉਂਦੇ ਆ ਜਿਹੜੇ ਹਿੰਦੂ ਵੀਰ ਆ, ਇਹਨਾਂ ਵਾਸਤੇ ਤੀਰਥ ਬਹੁਤ ਜ਼ਰੂਰੀ ਆ। ਅਰਚਾ ਪੂਜਾ ਅਰਚਨਾ ਕਰਨੀ, ਅਗਰਬਾਸ ਵਾਸ਼ਨਾ ਜਿਹੜੀਆਂ ਹੈਗੀਆਂ ਸਮੈਲ ਵਾਲੀਆਂ ਅਗਰਬੱਤੀਆਂ ਲਾਉਣੀਆਂ, ਬਹਿਕਾਰ ਬਹੁਤ ਤਰ੍ਹਾਂ ਦਾ ਸਾਜੋ ਸਮਾਨ ਲਾਉਣਾ, ਇਹ ਹਿੰਦੂ ਵੀਰਾਂ ਦਾ ਧਰਮ ਹੈ। ਉਹ ਕਹਿੰਦੇ ਆ ਇਸ ਤਰ੍ਹਾਂ ਭਾਈ ਰੱਬ ਦੀ ਭਗਤੀ ਹੁੰਦੀ ਹੈ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ, ਤੀਜਾ ਤਬਕਾ ਭਾਈ ਜੋਗੀਆਂ ਦਾ। ਜੋਗੀ ਸੁੰਨ ਮੰਡਲ ਦੇ ਵਿੱਚ ਆਪਣੇ ਵਿਚਾਰਾਂ ਨੂੰ ਸੁੰਨ ਕਰ ਲੈਂਦੇ ਆ। ਗੁਰਮਤ ਦਾ ਅਤੇ ਜੋਗ ਮਤ ਦਾ ਥੋੜ੍ਹਾ ਜਿਹਾ ਇਹ ਫਰਕ ਆ ਭਾਈ ਗੁਰਮੁਖ ਪਿਆਰਿਓ, ਕਿ ਜੋਗ ਮਤ ਆ ਜਿਹੜਾ ਇਹ ਕਹਿੰਦਾ ਵੀ ਅੰਦਰ ਫੁਰਨੇ ਨਾ ਫੁਰਨ,
ਫੁਰਨੇ ਆ ਜਿਹੜੇ ਇਹ ਸੁੰਨ ਹੋ ਜਾਣ, ਜੀਰੋ ਦੀ ਅਵਸਥਾ 'ਚ ਚਲਿਆ ਜਾਵੇ ਮਨੁੱਖ। ਗੁਰਮਤ ਕੀ ਕਹਿੰਦੀ ਹੈ ਵੀ ਹਾਂ ਠੀਕ ਆ, ਇਹ ਤਾਂ ਬੁਰਾਈ ਵਾਲੇ ਪਾਸਿਓਂ ਸੁੰਨ ਹੋ ਜਾ, ਜੀਰੋ ਹੋ ਜਾ, ਪਰ ਮਨ ਇਹ ਚਲਾਇਮਾਨ ਆ, ਮਨ ਨੇ ਚੱਲੀ ਜਾਣਾ, ਇਹ ਫੁਰਨਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਚੰਗੇ ਪਾਸੇ ਨੂੰ ਆਉਣ, ਚੰਗੇ ਫੁਰਨੇ ਆਉਣ, ਗੁਰਮਤ ਇਹ ਸਮਝਾਉਂਦੀ ਹੈ। ਜੋਗੀ ਸੁੰਨ ਧਿਆਵਨ ਜੇਤੇ, ਜਿਹੜੇ ਯੋਗ ਮਤ ਦੇ ਨਾਲ ਜੁੜੇ ਆ ਉਹ ਸੁੰਨ ਦੇ ਵਿੱਚ ਪਹੁੰਚ ਜਾਂਦੇ ਆ, ਉਹ ਸਾਰੇ ਪ੍ਰਮਾਤਮਾ ਨੂੰ ਸੁੰਨ ਅਵਸਥਾ ਮੰਨਦੇ ਆ, ਫੁਰ ਅਵਸਥਾ ਮੰਨਦੇ ਆ, ਉਹਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਮੰਨਦੇ ਆ। ਅਲੱਖ ਨਾਮ ਕਰਤਾਰ, ਉਹ ਕਰਤਾਰ ਪ੍ਰਮਾਤਮਾ ਦਾ ਅਲੱਖ ਅਲੱਖ ਕਰਕੇ ਨਾਮ ਲੈਂਦੇ ਆ। ਅਲੱਖ ਤੋਂ ਭਾਵ ਹੈ ਲਖਿਆ ਨਹੀਂ ਜਾਣ ਵਾਲਾ, ਭਾਵ ਉਹ ਪ੍ਰਮਾਤਮਾ ਅਕਾਲ ਪੁਰਖ ਨੂੰ ਇਹਨਾਂ ਮਾਇਆਵਾਦੀ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਮਨ ਤੇ ਬੁੱਧ ਦੀਆਂ ਅੱਖਾਂ ਦੇ ਨਾਲ ਉਹ ਪ੍ਰਮਾਤਮਾ ਨੂੰ ਦੇਖਿਆ ਜਾ ਸਕਦਾ। ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ, ਸੂਖਮ ਮੂਰਤ ਨਾਮ ਨਰੰਜਨ, ਕਾਇਆ ਕਾਇਆਕਾਰ। ਉਹ ਪਰਮਾਤਮਾ ਨੂੰ ਸੂਖਮ ਮੂਰਤ ਮੰਨਦੇ ਹਨ। ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਨਿਰੰਜਨ, ਉਹ ਮਾਇਆ ਤੋਂ ਰਹਿਤ ਹੈ। ਜਿਹੜਾ ਨਾਮ ਆ ਨਾ ਉਹ ਅੰਜਨ ਨਹੀਂ ਹੈ, ਉਹਦੇ ਵਿੱਚ ਅੰਜਨ ਤੋਂ ਭਾਵ ਹੁੰਦਾ ਸੁਰਮਾ, ਸੁਰਮੇ ਤੋਂ ਭਾਵ ਹੁੰਦੀ ਕਾਲਖ, ਉਹਦੇ ਵਿੱਚ ਕਾਲਖ ਨਹੀਂ ਹੈ, ਮੈਲ ਨਹੀਂ ਹੈ, ਸ਼ੁੱਧ ਰੂਪ ਆ, ਸ਼ੁੱਧੀਕਰਨ ਹੋ ਜਾਣਾ। ਗੁਰਬਾਣੀ ਜਦੋਂ ਅਸੀਂ ਧਿਆਨ ਦੇ ਨਾਲ ਪੜ੍ਹਦੇ ਸੁਣਦੇ ਸਮਝਦੇ ਹਾਂ ਤਾਂ ਸਾਡੇ ਅੰਦਰ ਦਾ ਸ਼ੁੱਧੀਕਰਨ ਹੋ ਜਾਂਦਾ, ਨਿਰਅੰਜਨ ਨਾਲ ਪ੍ਰਮਾਤਮਾ ਨਾਲ ਜੁੜ ਜਾਂਦਾ। ਕਾਇਆ ਕਾ ਆਕਾਰ, ਇਸ ਕਾਇਆ ਦਾ ਆਕਾਰ ਆ, ਇਹਦੇ ਵਿੱਚ ਵੀ ਅਣਦਿਖਦਾ ਪ੍ਰਮਾਤਮਾ ਦੀ ਜੋਤ ਆ, ਤਾਂ ਹੀ ਇਹ ਆਕਾਰ ਤੁਰਿਆ ਫਿਰਦਾ। ਜਿੱਦਾਂ ਉਹ ਜੋਤ ਨਿਕਲ ਗਈ ਇਹ ਆਕਾਰ ਵੀ ਢਹਿ ਪੈਣਾ। ਸੋ ਇਹ ਕਾਇਆ ਦਾ ਆਕਾਰ ਹੈ, ਵਿੱਚ ਸੂਖਮ ਮੂਰਤ ਹੈ, ਇਸ ਤਰ੍ਹਾਂ ਜੋਗੀ ਮੰਨਦੇ ਹਨ। ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ। ਸਤੀਆਂ ਦਾ ਅਰਥ ਹੈ ਦਾਨੀ ਪੁਰਸ਼। ਦਾਨੀ ਪੁਰਸ਼ਾਂ ਦੇ ਮਨ ਦੇ ਵਿੱਚ ਸੰਤੋਖ ਉਪਜੈ, ਉਹਨਾਂ ਦੇ ਅੰਦਰ ਚਾਓ ਪੈਦਾ ਹੁੰਦਾ। ਦੇਣਾ ਕਾ ਵਿਚਾਰ, ਕੁਝ ਨਾ ਕੁਝ ਦਾਨ ਕਰਨ ਦਾ ਵਿਚਾਰ ਉਹਨਾਂ ਦੇ ਅੰਦਰ ਪੈਦਾ ਹੁੰਦਾ। ਦੇ ਦੇ ਮੰਗੈ ਸਹਿਸਾ ਗੂਣਾ, ਸੋਭ ਕਰੇ ਸੰਸਾਰ। ਪਰ ਸਤਿਗੁਰੂ ਸੱਚੇ ਪਾਤਸ਼ਾਹ ਬੰਦੇ ਦੀ ਅਸਲੀਅਤ ਸਮਝਾ ਰਹੇ ਹਨ। ਜਿਹੜੇ ਦਾਨ ਕਰਦੇ ਆ ਨਾ, ਉਹ ਵੀ ਜਿਹੜੇ ਦਾਨ ਕਰਦੇ ਆ ਜਾਂ ਆਪਾਂ ਕਹਿ ਲਈਏ ਵੀ ਸ਼ੋਅ ਆਫ ਕਰਦੇ ਆ, ਦੇ ਦੇ ਮੰਗੈ ਹੈ, ਜਿਹੜੇ ਦਾਨ ਦਿੰਦੇ ਆ, ਦਿਖਾਵੇ ਦਾ ਦਾਨ ਕਰਦੇ ਆ, ਦਿਖਾ ਦਿਖਾ ਕੇ ਦਾਨ ਕਰਦੇ ਆ, ਉਹ ਦਾਨ ਕਰਕੇ ਫਿਰ ਮੰਗੈ ਸਹਿਸਾ ਗੂਣਾ, ਤੇ ਥੋੜ੍ਹਾ ਜਿਹਾ ਦਾਨ ਕਰਕੇ ਉਹ ਪ੍ਰਮਾਤਮਾ ਤੋਂ ਫਿਰ ਹਜ਼ਾਰਾਂ ਗੁਣਾ ਮੰਗਦੇ ਆ। ਆ ਵੀ ਆਰਾਮ ਕਰਦੀ, ਆ ਵੀ ਤੰਦਰੁਸਤੀ ਦੇ ਦੀ, ਮੁੰਡਾ ਵੀ ਨੌਕਰੀ ਲੱਗ ਜੇ, ਕੁੜੀ ਦਾ ਵੀ ਵੀਜ਼ਾ ਆ ਜੇ, ਇਸ ਤਰ੍ਹਾਂ ਥੋੜ੍ਹਾ ਜਿਹਾ ਦਾਨ ਕਰਕੇ ਬਹੁਤ ਚੀਜ਼ਾਂ ਮੰਗਦੇ ਆ। ਤੇ ਫਿਰ ਸੋਭ ਕਰੇ ਸੰਸਾਰ, ਫਿਰ ਇਸ ਤਰ੍ਹਾਂ ਆਪਣਾ ਨਾਮ ਵਗੈਰਾ ਵੀ ਲਿਖਾਉਂਦੇ ਆ ਜਾਂ ਸਪੀਕਰਾਂ ਦੇ ਵਿੱਚ ਬੁਲਾਉਂਦੇ ਆ ਬਈ ਸੋਭ ਕਰੇ ਸੰਸਾਰ, ਸੰਸਾਰ ਸਾਡੀ ਸੋਭਾ ਕਰੇ ਕਿ ਅਸੀਂ ਦਾਨੀ ਆ। ਚੋਰਾਂ ਜਾਰਾਂ ਤੈ ਕੂੜਿਆਰਾਂ, ਖਰਾਬਾਂ ਬੇਕਾਰ। ਮਹਾਰਾਜ ਸਮਝਾ ਰਹੇ ਹਨ ਸਿੱਧੀ ਨੀਤ ਤੋਂ ਬਿਨਾਂ, ਸੱਚੇ ਨਾਮ ਤੋਂ ਬਿਨਾਂ, ਉਹ ਪਰਮਾਤਮਾ ਵੱਲ ਨੂੰ ਤੁਰੇ ਤੋਂ ਬਿਨਾਂ ਬਾਕੀ ਦੇ ਸਾਰੇ ਕਰਮਕਾਂਡ ਰਹਿ ਜਾਂਦੇ ਆ। ਚੋਰਾਂ ਜਾਰਾਂ ਤੈ ਕੁੜਿਆਰਾਂ, ਦੁਨੀਆ ਦੇ ਵਿੱਚ ਪਹਿਲਾਂ ਤਾਂ ਇਹ ਧਰਮੀ ਪੁਰਖਾਂ ਦੀਆਂ ਉਦਾਹਰਨਾਂ ਦੇ ਦਿੱਤੀਆਂ ਜਿਹੜੇ ਅਸਲ ਪਰਮਾਤਮਾ ਵੱਲ ਨੂੰ ਨਹੀਂ ਤੁਰਦੇ, ਚਾਰ ਪੈਸੇ ਕਮਾਉਣ ਦੇ ਪਿੱਛੇ ਪਏ ਹੋਏ ਆ, ਉਹਨਾਂ ਦੀਆਂ ਉਦਾਹਰਨਾਂ ਦੇ ਦਿੱਤੀਆਂ। ਹੁਣ ਦੁਨੀਆ ਦੀਆਂ ਚੋਰਾਂ ਜਾਰਾਂ ਤੈ ਕੁੜਿਆਰਾਂ, ਝੂਠੇ ਬੰਦਿਆਂ, ਖਰਾਬਾਂ ਬੇਕਾਰ, ਜਿਹੜੇ ਖਰਾਬੀਆਂ ਕਰਦੇ ਆ, ਬੇਕਾਰ ਦੇ ਕੰਮ ਕਰਦੇ ਆ, ਚੰਗੇ ਕੰਮ ਨਹੀਂ ਕਰਦੇ। ਉਹਨਾਂ ਨਾਲ ਕੀ ਹੁੰਦੀ ਹੈ, ਇੱਕ ਹੁੰਦਾ ਖਾਏ ਚੱਲੈ ਐਥਾਉ, ਤਿਨਾ ਪਿਕਾਈ ਕਾਰ। ਉਹ ਮਾੜੀ ਮੋਟੀ ਜਿਹੜੀ ਅੰਦਰ ਚੰਗਿਆਈ ਹੁੰਦੀ ਹੈ ਨਾ ਬਚਪਨ ਦੇ ਵਿੱਚ, ਤਾਂ ਮਨੁੱਖ ਹਰ ਇੱਕ ਚੰਗਾ ਹੁੰਦਾ, ਬਾਅਦ ਦੇ ਵਿੱਚ ਹੌਲੀ 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 ਬੁਰਾ ਬਣਨਾ ਸ਼ੁਰੂ ਹੋ ਜਾਂਦਾ। ਤੇ ਜਿਹੜੇ ਇਸ ਤਰ੍ਹਾਂ ਬੁਰੇ ਬਣ ਜਾਂਦੇ ਆ ਗਿਆਨ ਤੋਂ ਬਿਨਾਂ, ਆਤਮਿਕ ਗਿਆਨ ਤੋਂ ਬਿਨਾਂ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ, ਬੰਦੀ ਵਿੱਚ ਆਉਣ ਤੋਂ ਬਿਨਾਂ, ਫਿਰ ਕੀ ਹੁੰਦਾ, ਇੱਕ ਹੁੰਦਾ ਖਾਏ ਚੱਲੈ ਥਾਉ, ਜਿਹੜਾ ਕੋਲੇ ਕੁਝ ਹੁੰਦੀ ਆ ਚੰਗਿਆਈ ਉਹ ਵੀ ਖਾ ਕੇ ਇੱਥੋਂ ਚਲੇ ਜਾਂਦੇ ਆ। ਤਿੰਨਾਂ ਭਿਕਾਈ ਕਾਰ, ਮਹਾਰਾਜ ਕਹਿੰਦੇ ਉਹਨਾਂ ਦਾ ਫਿਰ ਕਿਸ ਤਰ੍ਹਾਂ ਕੀ ਕੰਮ ਆ, ਇਸ ਧਰਤੀ 'ਤੇ ਆਉਣ ਦਾ, ਦੁਨੀਆ 'ਤੇ ਆਉਣ ਦਾ ਕੀ ਫਾਇਦਾ ਹੋਇਆ। ਜਿਹੜਾ ਮਾੜਾ ਮੋਟਾ ਕੋਲੇ ਆਤਮਿਕ ਗਿਆਨ ਸੀ, ਆਤਮਿਕ ਨੌਲੇਜ ਸੀ, ਉਹ ਵੀ ਇੱਥੋਂ ਖਾ ਕੇ ਚਲੇ ਜਾਂਦੇ ਆ। ਜਲ ਥਲ ਜੀਆ ਪੁਰੀਆਂ ਲੋ ਆਇਆ ਕਾਰਾਂ ਆਕਾਰ। ਉਹ ਪਰਮਾਤਮਾ ਅਕਾਲ ਪੁਰਖ ਜਲ ਦੇ ਵਿੱਚ ਵੀ ਹੈ,
ਥਲ ਦੇ ਵਿੱਚ ਵੀ ਆ, ਸਾਰੇ ਜੀਆਂ ਦੇ ਵਿੱਚ ਵੀ ਆ, ਪੁਰੀਆਂ ਦੇ ਵਿੱਚ ਵੀ ਆ, ਲੋਹਾਂ ਦੇ ਵਿੱਚ ਵੀ ਆ, ਸਾਰੇ ਆਕਾਰਾਂ ਆਕਾਰ ਜਿੰਨੇ ਵੀ ਆਕਾਰ ਦਿਸਦੇ ਆ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ ਭਾਈ। ਓਏ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਕਾ ਸਾਰ। ਓਏ ਜੇ ਆਖੈ, ਜਿੰਨੇ ਜੀਵ ਜੰਤੂ ਆ, ਕੋਈ ਕਿਹੜੀ ਬੋਲੀ 'ਚ ਬੋਲਦੇ ਆ, ਕੋਈ ਕਿਹੜੀ ਬੋਲੀ 'ਚ ਬੋਲਦੇ ਆ, ਕੋਈ ਕੁਝ ਮੰਗਦੇ ਆ, ਕੋਈ ਕੁਝ ਮੰਗਦੇ ਆ, ਤੂੰ ਹੈ ਜਾਣੈ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਤੂੰ ਹੀ ਜਾਣਦਾ। ਅਸੀਂ ਕੀ ਜਾਣ ਸਕਦੇ ਹਾਂ? ਸਾਡੀ ਮੱਤ ਬਹੁਤ ਛੋਟੀ ਹੈ, ਸਾਡਾ ਦਾਇਰਾ ਬਹੁਤ ਛੋਟਾ। ਜਪਜੀ ਸਾਹਿਬ ਜੀ ਦੇ ਵਿੱਚ ਇਹ ਆਉਂਦਾ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ। ਕਿਵੇਂ ਮਨੁੱਖ ਸਚਿਆਰਾ ਹੋਵੇ, ਕਿਵੇਂ ਕੂੜ ਦੀ ਪਾਲ ਟੁੱਟੇ। ਉਹ ਕੂੜ ਦੀ ਪਾਲ ਕੀ ਹੈ? ਉਹ ਕੂੜ ਦੀ ਪਾਲ ਆ, ਜਿੰਨੀ ਕੁ ਮੈਨੂੰ ਨੌਲੇਜ ਆ ਉਨੀ ਕੁ ਮੇਰੀ ਦੁਨੀਆ ਬਣੀ ਹੋਈ ਹੈ। ਜੇ ਮੈਂ ਹੋਰ ਦੁਨੀਆ ਦੇਖਾਂ, ਹੋਰ ਦੁਨੀਆ ਦੇਖਾਂ, ਅੱਗਿਓ ਅੱਗੇ ਦੇਖਾਂ, ਭਲਿਓ ਭਲੀ ਪਈ ਆ, ਤਾਂ ਮੇਰਾ ਹੰਕਾਰ ਟੁੱਟ ਸਕਦਾ। ਗੁਰਬਾਣੀ ਇਹੀ ਸਮਝਾਉਂਦੀ ਹੈ, ਛੋਟੇ ਜਿਹੇ ਦਾਇਰੇ ਨੂੰ ਛੱਡ ਮਹਾਨ ਦਾਇਰਾ ਦੇਖੋ। ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ, ਅਕਾਲ ਪੁਰਖ ਪ੍ਰਮਾਤਮਾ ਦੀ ਤਾਕਤ ਕਿੰਨੀ ਹੈ। ਐ ਮਨੁੱਖ, ਤੂੰ ਬਹੁਤ ਛੋਟਾ, ਉਹ ਪ੍ਰਮਾਤਮਾ ਹੀ ਸਾਰਿਆਂ ਦੀ ਸਾਰ ਕਰਨ ਵਾਲਾ। ਹੈ ਵਾਹਿਗੁਰੂ ਜੀ, ਤੇਰੀ ਚਲਾਈ ਹੋਈ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਜੋ ਕੁਝ ਵੀ ਜੀਵ ਜੰਤੂ ਬੋਲ ਰਹੇ ਆ, ਤਿਨਾਂ ਪੇ ਤੇਰੀ ਸਾਰ। ਤੂੰ ਹੀ ਸਾਰਿਆਂ ਦੀ ਸਾਰ ਲੈਣਾ, ਤੂੰ ਹੀ ਸਾਰਿਆਂ ਦਾ ਖਿਆਲ ਰੱਖਦਾ ਹੈ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਇੱਥੇ ਗੁਰਮਤਿ ਸਮਝਾ ਦਿੱਤੀ। ਪਹਿਲਾਂ ਦੂਜੇ ਮੱਤਾਂ ਦਾ ਸਾਰਾ ਵਿਖਿਆਨ ਕਰਕੇ ਮਹਾਰਾਜ ਸਮਝਾ ਰਹੇ ਹਨ, ਨਾਨਕ ਭਗਤਾਂ ਸਦਾ ਵਿਗਾਸ। ਆਪਾਂ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹ ਕੇ ਆਏ ਹਾਂ, ਭਗਤਾਂ ਦੇ ਅੰਦਰ ਸਦਾ ਵਿਗਾਸ ਹੁੰਦਾ, ਸਦਾ ਖੇੜਾ ਹੁੰਦਾ, ਜਿਹੜੇ ਨਾਮ ਨਾਲ ਜੁੜ ਜਾਂਦੇ ਆ। ਤੇ ਕਿਵੇਂ ਖੇੜਾ ਬਣਦਾ? ਨਾਨਕ ਭਗਤਾਂ ਭੁੱਖ ਸਲਾਹਣ। ਹੇ ਪ੍ਰਮਾਤਮਾ, ਤੇਰੇ ਭਗਤਾਂ ਨੂੰ ਤਾਂ ਤੇਰੀ ਸਲੋਤਾ ਦੀ ਭੁੱਖ ਆ। ਇੱਕ ਹੈ ਮਟੀਰੀਅਲ ਵਰਡ, ਇੱਕ ਹੈ ਦਿਖਦਾ, ਇੱਕ ਹੈ ਕਿਰਤ, ਇੱਕ ਹੈ ਕਰਤਾ। ਕਿਰਤ ਦੀ ਪੂਜਾ ਨਹੀਂ ਸਿੱਖ ਨੇ ਕਰਨੀ, ਕਰਤੇ ਦੀ ਪੂਜਾ ਕਰਨੀ ਹੈ। ਤੇ ਕਰਤੇ ਦੀ ਪੂਜਾ ਦੇ ਵਿੱਚ ਸਾਰੀ ਕਿਰਤ ਆਪਣੇ ਆਪ ਹੀ ਆ ਜਾਣੀ ਹੈ। ਥੱਲਿਓਂ ਸਾਨੂੰ ਤਾਹਾਂ ਨੂੰ ਤੋਰਿਆ ਜਾ ਰਿਹਾ, ਸਾਡੀਆਂ ਸੁਰਤੀਆਂ ਬਿਰਤੀਆਂ ਜਿਹੜੀਆਂ ਖੁੱਲੀਆਂ ਕੀਤੀਆਂ ਜਾ ਰਹੀਆਂ ਕਿ ਭਗਤਾਂ ਦੇ ਅੰਦਰ ਤਾਂ ਹੇ ਪ੍ਰਮਾਤਮਾ ਤੇਰੀ ਸਲੋਤਾ ਦੀ ਭੁੱਖ ਹੁੰਦੀ ਹੈ। ਤੇ ਸੱਚ ਨਾਮ ਆਧਾਰ, ਸੱਚੇ ਨਾਮ ਦਾ ਹੀ ਉਹਨਾਂ ਨੂੰ ਆਧਾਰ ਹੁੰਦਾ। ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਛਾਰ। ਉਹ ਗੁਣਾਂ ਵਾਲੇ ਪੁਰਸ਼ ਬਣ ਜਾਂਦੇ ਆ ਜੋ ਪ੍ਰਮਾਤਮਾ ਤੇਰੇ ਨਾਲ ਜੁੜ ਜਾਂਦੇ ਆ। ਜੇ ਆਪਾਂ ਕਹਿ ਲਈਏ ਗੁਰ ਪਰਮੇਸ਼ਰ ਇੱਕੋ ਜਾਣ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਂਦੇ ਆ, ਉਹਨਾਂ ਦੇ ਅੰਦਰ ਗੁਣ ਪੈਦਾ ਹੋ ਜਾਂਦੇ ਆ। ਸਹਿਜ, ਸੰਤੋਖ, ਚੰਗੀਆਂ ਭਾਵਨਾਵਾਂ, ਚੰਗੇ ਵਿਚਾਰ। ਉਹ ਗੁਣਾਂ ਵਾਲਿਆਂ ਦੀ ਤਾਂ ਅਸੀਂ ਪਾਸ਼ਾਰ ਚਰਨ ਧੂੜ ਮੰਗਦੇ ਹਾਂ। ਗੁਣਾਂ ਵਾਲਿਆਂ ਕੋਲ ਤਾਂ ਅਸੀਂ ਬਹਿਣਾ। ਇਹ 35 ਮਹਾਂਪੁਰਖਾਂ ਦੀ ਜਿਹੜੀ ਬਾਣੀ ਹੈ, ਇਹ ਗੁਣਾਂ ਨੂੰ ਹੀ ਪ੍ਰਗਟ ਕਰਦੀ ਹੈ। ਸਦਾ ਆਨੰਦ ਰਹਿ ਦਿਨ ਰਾਤੀ। ਜਿਹੜੇ ਭਗਤ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਆ, ਉਹ ਸਦਾ ਦਾ ਆਨੰਦ ਪ੍ਰਾਪਤ ਕਰ ਲੈਂਦੇ ਆ, ਦਿਨ ਰਾਤ ਦਾ। ਗੁਣਵੰਤਿਆਂ ਤੇ ਗੁਣਵੰਤੇ ਹੋ ਜਾਂਦੇ ਆ। ਐਸੇ ਪੁਰਖਾਂ ਦੀ ਅਸੀਂ ਚਰਨ ਧੂੜ ਪ੍ਰਾਪਤ ਕਰਨੀ ਚਾਹੁੰਦੇ ਹਾਂ। ਭਾਵ ਕਿ ਜਿਹੜੇ ਚੰਗੇ ਇਨਸਾਨ ਬਣ ਜਾਂਦੇ ਹਨ, ਜਿਹੜੇ ਆਪਣੇ ਅੰਦਰ ਗੁਣ ਪੈਦਾ ਕਰ ਲੈਂਦੇ ਹਨ, ਉਹ ਰੱਬ ਦੇ ਨੇੜੇ ਹੋ ਜਾਂਦੇ ਹਨ। ਇਹ ਗੁਣ ਆ ਸਾਰੇ ਰੱਬ ਦੇ। ਇੱਕ ਓਂਕਾਰ, ਇਹ ਗੁਣ ਆ ਇੱਕ। ਜਦੋਂ ਇੱਕ ਓਂਕਾਰ ਦਾ ਗੁਣ ਮਨੁੱਖ ਦੇ ਅੰਦਰ ਆਉਂਦਾ, ਮਨੁੱਖ ਕਿਸੇ ਨੂੰ ਪਾੜਦਾ ਨਹੀਂ, ਕਿਸੇ ਨੂੰ ਲੜਾਉਂਦਾ ਨਹੀਂ। ਦੋ ਜਣਿਆਂ ਨੂੰ ਲੜਿਆ ਹੋਇਆਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਦਾ, ਥਾਂ ਥਾਂ 'ਤੇ ਨਹੀਂ ਜਾਂਦਾ। ਇੱਕ ਓਂਕਾਰ ਨੂੰ ਮੰਨਦਾ। ਜਦੋਂ ਏਕੇ ਦਾ ਗੁਣ ਆ ਜਾਂਦਾ, ਸਤਨਾਮ, ਸੱਤਿਆ ਆ ਜਾਂਦੀ ਹੈ। ਨਾਮ ਕੀ ਹੈ? ਸੱਚ। ਮਨੁੱਖ ਦੇ ਅੰਦਰ ਸੱਚ ਆ ਜਾਂਦਾ, ਮਨੁੱਖ ਝੂਠ ਨੂੰ ਛੱਡ ਦਿੰਦਾ, ਸੱਚੀ ਗੱਲ, ਸੱਚ ਬੋਲਣਾ ਸ਼ੁਰੂ ਕਰ ਦਿੰਦਾ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ, ਉਹ ਪ੍ਰਮਾਤਮਾ ਕਰਤਾ ਪੁਰਖ ਆ, ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਮਨੁੱਖ ਦੇ ਅੰਦਰ ਜਦੋਂ ਇਹ ਗੁਣ ਆਉਂਦਾ ਤਾਂ ਮਨੁੱਖ ਕੁਝ ਤੋੜਦਾ ਭੰਨਦਾ ਨਹੀਂ, ਕੁਝ ਨਵਾਂ ਕ੍ਰੀਏਸ਼ਨ ਕਰਦਾ, ਨਵਾਂ ਕੁਝ ਨਾ ਕੁਝ ਯਾਦ ਕਰਦਾ, ਦੁਨੀਆ ਦੀ ਭਲਾਈ ਵਾਸਤੇ ਕਰਤੇ ਵਾਲੇ ਕੰਮ ਕਰਦਾ। ਕਰਤਾ ਪੁਰਖ। ਨਿਰਭਉ ਤੇ ਨਿਰਵੈਰ। ਜਦੋਂ ਬੰਦੇ ਅੰਦਰ ਗੁਣ ਆਉਂਦਾ ਤੇ ਬੰਦਾ ਵੀ ਨਿਰਭਉ ਤੇ ਨਿਰਵੈਰ ਹੋ ਜਾਂਦਾ। ਅਕਾਲ ਮੂਰਤ, ਕਾਲ ਤੋਂ ਪਰੇ ਹੋ ਜਾਂਦਾ। ਮਨੁੱਖ ਸਤਿਗੁਰ ਕੈ ਜਨਮੈ ਗਬਨ ਮਟਾਇਆ, ਪ੍ਰਮਾਤਮਾ ਨਾਲ ਜੁੜ ਜਾਂਦਾ। ਆਵਾ ਗੁਣ ਖਤਮ ਹੋ ਜਾਂਦਾ ਮਨੁੱਖ ਦਾ। ਇਹ ਜਦੋਂ ਗੁਣ ਆਉਂਦਾ। ਅਕਾਲ ਮੂਰਤ। ਅਜੂਨੀ, ਜੂਨੀਆਂ ਤੋਂ ਪਰੇ ਹੋ ਜਾਂਦਾ। ਜੂਨੀਆਂ ਦੇ ਵਿੱਚ ਧੱਕੇ ਨਹੀਂ ਖਾਂਦਾ, ਜੰਮਦਾ ਮਰਦਾ ਨਹੀਂ ਹੈ, ਪ੍ਰਮਾਤਮਾ ਦੇ ਨਾਲ ਐਨ ਸਮਾ ਜਾਂਦਾ। ਸੈ ਭੰਗ, ਇਹ ਗਿਆਨ ਕਿੱਥੋਂ ਪ੍ਰਗਟ ਹੁੰਦਾ? ਆਪਣੇ ਆਪ 'ਚੋਂ ਪ੍ਰਗਟ ਹੁੰਦਾ। ਪਰ ਇੱਕ ਗੱਲ ਧਿਆਨ ਰੱਖਿਓ ਗੁਰਮੁਖ ਪਿਆਰਿਓ, ਇੱਕ ਉਦਾਹਰਨ ਦੇਣ ਲੱਗਿਆ ਗਿਆਨ ਲੈਣ ਦੀ। ਗਿਆਨ ਜਿਹੜਾ ਦਿੱਤਾ ਨਹੀਂ ਜਾ ਸਕਦਾ, ਪਹਿਲੀ ਗੱਲ ਤਾਂ ਇਹ ਹੈ। ਗਿਆਨ ਲਿਆ ਜਾ ਸਕਦਾ।
अगले श्लोक की बख्शिश कर रहे हैं गुरु पातशाह जी। मिट्टी मुसलमान की पेड़े पई कुम्हार, कड़ पांडे इट्टा किया जल्दी करे पुकार। हुण इत्थे इस श्लोक दे विच इह समझाया गया कि कई बारी आपां कर्म कांड करते हैं मरण तो बाद, पर जिहड़ी गुरमत आ ये मनदी है जिउंदिਆਂ जिउंदे ही तेरा कारज होना, मरे तो बाद मनुख मिट्टी है, ना सुन सकदा ना बोल सकदा ते ना कोई चंगा कर्म कर सकदा। बाद च तां चाहे जाल दिओ चाहे दब दिओ वो मिट्टी है। गुरमत इस तरह मनदी है। ते मूए होए जो मुक्त दिओगे मुक्त ना जाने कोयला, मुक्ति जिउंदिਆਂ ਨੂੰ प्राप्त ਹੁੰਦੀ है। उस तो बाद वाले ਜਿਹੜੇ ਕੰਮ ਆ भी इस तरह ਕੀਤਾ ਤਾਂ आए हो जू, इस तरह आए हो जू, नहीं। गुरु बाबा जी समझाਉਂਦੇ ਹਨ कि एक दज्ज है एक दब्बी है, एक ना कुत्ते खाहे। एक दज्ज है एक दब्बी है, एक ना कुत्ते खाहे, एक पानी विच उसट्टी है, भी फिर हसन पाहे, नानक एव ना जापई किथे जाए समाए। रूह कित्थे जाके समा जाती है, मौत तो बाद कोई नहीं दस सकता। इस करके मुसलमान जिहड़ा मत दे विच धर्म दे विच इह है भी मनुख जे जालिया जावे तां बहुत बुरा, इनू दबना चाहिए ते ये जलना नहीं चाहिए। पर महाराज समझा रहे हैं दलील दे नाल कि भाई ये भी जिहड़ा मत आ ये सारियां ते सही नहीं बैठदा। क्यों? क्योंकि जिहड़ी मिट्टी आ वो मिट्टी इंसान बन गया तो वो मिट्टी फिर जलती है। किस तरह जलती है? मिट्टी मुसलमान की पेड़े पई कुम्हार, कबरां दे विच मुसलमान वीर दब दिंदे आ डैड बॉडी नूं, ते वो कहिंदे आ क़यामत दा दिन आवेगा ते जिद्दे साडा मुहम्मद साहब गवाही भरनगे ते जिहड़े जिन्हां दी गवाही भरनगे वो स्वर्गां चले जाणगे, दूजे नरकां च चले जाणगे। ये उन्हां दा मत आ। महाराज समझा रहे हैं गुरु नानक बाबा जी कि मिट्टी मुसलमान की पेड़े पई कुम्हार, भाई वो जिहड़ी मिट्टी आ वो दब दिंदे आ कबर बना के, ते वो गैसां पैदा हो जांदियां विचों। मनुख विच जदों डैड बॉडी दबी जाती है उहदे विचों गैसां दे नाल आले दुआले वाली मिट्टी बहुत बरीक हो जाती है, बहुत सोहनी हो जाती है। ते जिहड़े घुमियार वीर आ भांडे बनाउण वाले ना वो कबरां दी मिट्टी नूं बहुत पसंद करदे आ, क्योंकि वो कुट्टणी घट पैंदी आ। वो जो कुट के डलियां नूं जो मिक्स करदे आ वो पहिलां ही मुलायम हुंदी है, मिक्स होई हुंदी है, ते वो ले आउंदे आ। कड़ पांडे इट्टा किया जल्दी करे पुकार, ते उन्होंने मिट्टी नूं कड़ के भांडे बना ले जां इट्टां बना लियां, ते हुण वो मिट्टी नूं अग दे विच पाया जांदा। आवा पाउंदे अग दे विच, क्योंकि भांडे पकदे आ ते इट्टां दे वास्ते भी जिहड़ी अग बाली जांदी है। जल्दी करे पुकार, वो कबरां दी मिट्टी हुण देखो जल रही है, जल के पुकारां कर रही है। जल जल रोवै बपड़ी झड़ झड़ पवह अंगियार, हुण बेचारी वो मिट्टी जल जल के बपड़ी हुंदा बेचारी रो रही है, ते अंगियार आ जिहड़े झड़ झड़ के डिग रहे आ। नानक जिन करतै कारण कीया सो जाने करतार। महाराज समझा रहे हैं जिन्हें परमात्मा ने पैदा किया ना मनुख नूं, कित्थों आया ते कित्थे चलिया जांदा वो करतार ही जानदा, वो वाहिगुरू जानदा। ते साडे वास्ते भले दा काम ये आ भी ये परमात्मा की किरपा दे नाल सानू ये जीवन मिल गया। पता नहीं किन्ना चेर हम आदमी है एकदमी मोहलत मोहत न जाना। कोई इहदा जिहड़ा कच दा गिलास आ ना वो भी उच्चे थां रख देंगे, जे ना छेड़ांगे नहीं टुटदा, ते बंदे नूं किते भी नहीं रखिया जा सकदा। सो ना महाराज कहंदे ये पता लग सकदा कित्थों आया ते कित्थे गया, ते सो जाणे करतार वो पैदा करन वाला जानदा। ते बंदिया तूं ये जीवन दे विच चंगे काम कर, अपने आप नूं सवारन दी कोशिश कर। जिउंदियां जिउंदियां ही सारा कुछ आ, मरिया तो बाद तां मिट्टी हो जाईदा है जी। पौड़ी बिन सतगुर किने ना पाएओ, बिन सतगुर किने न पाया। आ पौड़ी है ना जिहड़ी, इनू बहुत ध्यान दे नाल गुरमुख प्यारे सरवण करना। सलोक आ जिहड़े ये हुंदे आ बदाम दी गिरी दी तरह, भन्नणे औखे हुंदे आ। सलोकां दे विच औखी विचार हुंदी है। जिहड़ी हुंदी आ पौड़ी, सलोकां वाली विचार नूं पौड़ी
ਜਿਹੜੀ ਵਿਖਿਆਨ ਕਰਦੀ ਹੁੰਦੀ ਆ ਔਰ ਸਰਲ ਭਾਸ਼ਾ ਦੇ ਵਿੱਚ। ਦੇਖੋ ਸਾਰਾ ਕੁਝ ਨਿਚੋੜ ਕੀ ਨਿਕਲਿਆ ਆ, ਸਾਰਾ ਨਿਚੋੜ ਇਹ ਨਿਕਲਿਆ, ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਸਾਨੂੰ ਸਾਰੀ ਲੁਕਾਈ ਨੂੰ, ਖਾਸ ਕਰਕੇ ਸਿੱਖਾਂ ਨੂੰ, ਆਮ ਕਰਕੇ ਸਾਰਿਆਂ ਨੂੰ, ਕਿ ਬਿਨ ਸਤਿਗੁਰ ਕਿਨੇ ਨਾ ਪਾਇਓ। ਲਓ ਜੀ ਐਲਾਨੀਆਂ ਗੱਲ ਆ, ਬਿਨ ਸਤਿਗੁਰ ਕਿਨੇ ਨਾ ਪਾਇਓ। ਅੱਜ ਤੱਕ ਜਦੋਂ ਦੀ ਦੁਨੀਆ ਬਣੀ ਆ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਪਰਮਾਤਮਾ ਨੂੰ ਪਾਇਆ ਹੀ ਨਹੀਂ। ਹੁਣ ਸਤਿਗੁਰੂ ਵੱਖਰੇ ਵੱਖਰੇ ਹੋ ਸਕਦੇ ਆ, ਕਿਸੇ ਦਾ ਕੋਈ ਸਤਿਗੁਰੂ ਹੋ ਸਕਦਾ, ਕਿਸੇ ਦਾ ਕੋਈ ਹੋ ਸਕਦਾ। ਸਿੱਖਾਂ ਦੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਤੇ ਬਿਨ ਸਤਿਗੁਰ ਕਿਨੇ ਨਾ ਪਾਇਓ, ਇਹ ਐਲਾਨੀਆਂ ਸ਼ਰਤੀਆ ਐਲਾਨ ਆ ਭਾਈ। ਦੇਖਿਓ ਕਿਤੇ ਖੜੀ ਗੱਡੀ ਨੂੰ ਰੇਸਾਂ ਨਾ ਦੇਈ ਜਾਇਓ ਵੀ ਅਸੀਂ ਪਾ ਲਿਆ, ਅਸੀਂ ਪਹੁੰਚ ਗਏ। ਨਹੀਂ, ਗੁਰਬਾਣੀ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ। ਬਿਨ ਸਤਿਗੁਰ ਕਿਨੇ ਨਾ ਪਾਇਆ, ਨਾ ਪਾਇਓ, ਨਾ ਪਾਇਆ, ਨਾ ਹੁਣ ਪਾਇਆ ਜਾ ਸਕਦਾ। ਨਾ ਕਿਸੇ ਨੇ ਪਿੱਛੇ ਪਾਇਆ, ਨਾ ਕੋਈ ਹੁਣ ਪਾ ਸਕਦਾ, ਨਾ ਕੋਈ ਅੱਗੇ ਪਾਵੇਗਾ। ਆਪਣੀ ਮਰਜ਼ੀ ਨਾਲ ਨਹੀਂ ਪਹੁੰਚਿਆ ਜਾਏਗਾ। ਬੱਚੇ ਨੂੰ ਜੇ ਕਹੀਏ ਨਾ ਵੀ ਟੀਚਰ ਦੀ ਲੋੜ ਹੀ ਨਹੀਂ, ਪੜ੍ਹਾਉਣ ਦੀ ਲੋੜ ਹੀ ਨਹੀਂ, ਬੱਚਾ ਆਪੇ ਹੀ ਪੜ੍ਹ ਜੂਗਾ, ਨਹੀਂ ਹੋ ਸਕਦਾ। ਸਤਿਗੁਰੂ ਦੀ ਲੋੜ ਆ। ਸਤਿਗੁਰੂ ਤੋਂ ਬਿਨਾਂ ਨਾ ਕਿਸੇ ਨੇ ਪਾਇਆ ਤੇ ਨਾ ਕੋਈ ਪਾਵੇਗਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਹੁਣ ਮੈਂ ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਵੀ ਅਸੀਂ ਸਤਿਗੁਰੂ ਦੇ ਨਾਲ ਕਿੰਨੇ ਕੁ ਜੁੜੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਿੰਨੇ ਕੁ ਜੁੜੇ ਹਾਂ, ਗੁਰਬਾਣੀ ਨੂੰ ਕਿੰਨਾ ਪੜ੍ਹਦੇ, ਸੁਣਦੇ, ਸਮਝਦੇ ਹਾਂ। ਕਿਉਂਕਿ ਸਤਿਗੁਰੂ ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜੇ ਨਹੀਂ ਚੱਲੇ ਹਲੇ ਤੱਕ ਤਾਂ ਇਹ ਜਿਹੜੀਆਂ ਸ਼ਬਦ ਵਿਚਾਰ ਹਨ ਇਹ ਚੋਟਾਂ ਮਾਰਦੀ ਆ ਸਾਡੇ ਮਨਾਂ 'ਤੇ। ਸਾਡੇ ਮਨ ਨੂੰ ਕਿਤੇ ਚੋਟ ਲੱਗ ਜਾਵੇ, ਅਸੀਂ ਹੁਣ ਹੀ ਰਹਿੰਦਾ ਸਮੇਂ ਦੇ ਵਿੱਚ ਅੱਜ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਈਏ, ਪੜ੍ਹਨਾ, ਵਿਚਾਰਨਾ, ਸੁਣਨਾ ਸ਼ੁਰੂ ਕਰ ਦਈਏ। ਤੇ ਕੱਲਾ ਜਿਹੜਾ ਮੱਥਾ ਟੇਕਣ ਦੇ ਨਾਲ ਭਰਾਵੋ ਗੱਲ ਨਹੀਂ ਬਣਨੀ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰਹਿ ਵਿਚਾਰ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਕਿਉਂ ਜੀ, ਇੰਨਾ ਜ਼ਰੂਰੀ ਕਿਉਂ ਆ? ਸਤਿਗੁਰ ਵਿੱਚ ਆਪ ਰੱਖਿਓ, ਬਿਲਕੁਲ ਕਲੀਅਰ ਹੋ ਗਿਆ, ਕਿਸੇ ਤਰ੍ਹਾਂ ਦੀ ਸ਼ੱਕ ਸੁਭਾ ਨਹੀਂ ਰਹੇਗੀ। ਪਰਮਾਤਮਾ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਰੱਖਿਆ ਹੋਇਆ। ਪਰਮਾਤਮਾ ਦਾ ਗਿਆਨ ਤੇ ਪਰਮਾਤਮਾ ਇੱਕੋ ਹੀ ਚੀਜ਼ ਆ। ਕਿਤੋਂ ਨਹੀਂ ਆਉਣਾ ਪਰਮਾਤਮਾ ਨੇ, ਬਾਹਰੋਂ ਕਿਤੋਂ ਨਹੀਂ ਆਉਣਾ, ਅੰਦਰੋਂ ਪ੍ਰਗਟ ਹੋਣਾ ਗਿਆਨ ਨਾਲ। ਗਿਆਨ ਤੋਂ ਬਿਨਾਂ ਨਹੀਂ, ਗੁਰੂ ਤੋਂ ਬਿਨਾਂ ਨਹੀਂ। ਸਤਿਗੁਰ ਵਿੱਚ ਆਪ ਰੱਖਿਓ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣਾ ਆਪ ਰੱਖਿਆ ਹੋਇਆ। ਕਰ ਪ੍ਰਗਟ ਆਖ ਸੁਣਾਇਆ, ਪ੍ਰਗਟ ਹੋ ਜਾਂਦਾ ਜੇ ਆਖ ਕੇ ਸੁਣਾਵਾਂਗੇ, ਸੁਣਾਂਗੇ, ਸਮਝਾਂਗੇ। ਸਤਿਗੁਰ ਮਿਲਿਆ ਸਦਾ ਮੁਕਤ ਹੈ। ਧਰਮ ਦਾ ਅਰਥ ਕੀ ਹੈ? ਧਰਮ ਦਾ ਸਿਰਾ ਕੀ ਹੈ? ਧਰਮੀ ਦੇਖੋ, ਬਹੁਤ ਸਾਰੇ ਲੋਕ ਤਾਂ ਧਰਮ ਦੇ ਵਿੱਚ ਆਉਂਦੇ ਆ ਪੈਸਾ ਕਮਾਉਣ ਵਾਸਤੇ। ਕਿਸੇ ਨੇ ਬਾਹਲੀ ਪੋਥੀ ਤੇ ਕਿਸੇ ਨੇ ਬਾਹਲੀ ਖੋਤੀ, ਸਿੱਧੀਆਂ ਜੀਆਂ ਗੱਲਾਂ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀ। ਉਹ ਤਾਂ ਜਿਵੇਂ ਬਾਕੀ ਦੇ ਬਿਜ਼ਨਸ ਆ, ਵੱਡੇ ਛੋਟੇ, ਕਿਸੇ ਦਾ ਲੋਟ ਆ ਗਿਆ, ਕਿਸੇ ਦਾ ਨਹੀਂ ਆ ਗਿਆ, ਉਹ ਤਾਂ ਸਾਰਾ ਕੁਝ ਹੈਗਾ ਭਾਈ ਇਸੇ ਤਰ੍ਹਾਂ ਹੀ। ਤੇ ਜੇ ਚੱਲਣਾ ਮੁਕਤੀ ਵੱਲ ਨੂੰ, ਕਿਉਂਕਿ ਧਰਮ ਦਾ ਕਿਉਂ ਆ ਧਰਮੀ ਹੋਣਾ? ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਲਈਏ। ਸਾਡਾ ਇਹ ਜੀਵਨ ਆ ਜਿਹੜਾ ਸਫਲ ਹੋ ਜਾਵੇ। ਅਸੀਂ ਜਿਹੜੇ ਕੰਮ ਆਏ ਆ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਹ ਮੁਕਤ ਹੋਣਾ, ਇਹ ਕਿਵੇਂ ਹੋਵਾਂਗੇ? ਸਤਿਗੁਰ ਮਿਲਿਆ, ਜਿਹੜੇ ਸਤਿਗੁਰੂ ਨੂੰ ਮਿਲ ਗਏ, ਜਿਹੜੇ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਗਏ, ਜਿਨ੍ਹਾਂ ਦੇ ਅੰਦਰ ਬਾਣੀ ਦਾ ਗਿਆਨ ਚਲਿਆ ਗਿਆ। ਤੇ ਜਦੋਂ ਗਿਆਨ, ਜਿਵੇਂ ਜਿਵੇਂ ਗਿਆਨ ਅੰਦਰ ਜਾਊਗਾ ਨਾ, ਉਵੇਂ ਉਵੇਂ ਪ੍ਰਮਾਤਮਾ ਪ੍ਰਗਟ ਹੋਣਗੇ। ਸਦਾ ਮੁਕਤ ਹੈ ਤੇ ਸਦਾ ਦੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਭਾਈ। ਜਿਨ ਵਿੱਚੋਂ ਮੋਹ ਚੁਕਾਇਆ, ਤੇ ਨਿਸ਼ਾਨੀ ਕੀ ਹੈ ਮੁਕਤ ਹੋਇਆਂ ਦੀ? ਉਹਨਾਂ ਦਾ ਮੋਹ ਟੁੱਟ ਜਾਂਦਾ। ਮੋਹ ਆ ਪਕੜ, ਮੋਹ ਦਾ ਅਰਥ ਹੈ ਪਕੜ। ਆ ਮੇਰਾ ਘਰ, ਮੇਰੀ ਪੋਸਟ, ਮੇਰੀ ਕੁਰਸੀ, ਮੇਰਾ ਅਹੁਦਾ, ਇਹ ਮੇਰੇ ਬੱਚੇ,
ਮੇਰੀ ਐਡੀ ਵੱਡੀ ਚੜ੍ਹਾਈ, ਇਹ ਮੈਂ ਮੇਰੀ ਹੈ ਜਿਹੜੀ ਇਹ ਮੁੱਕ ਜਾਂਦੀ ਆ, ਉਹ ਮੁਕਤ ਹੁੰਦਾ ਭਾਈ। ਕਿਉਂਕਿ ਸਭ ਕੁਝ ਛੱਡਣਾ ਪੈਣਾ। ਮੁਕਤੀ ਕੀ ਸਮਝਾਉਂਦੀ ਹੈ? ਮੁਕਤੀ ਇਹ ਸਮਝਾਉਂਦੀ ਹੈ ਤੈਨੂੰ ਹੁਣੇ ਵੀ ਜਾਣਾ ਪੈ ਸਕਦਾ ਹੈ, ਅਗਲੇ ਮਿੰਟ ਵੀ ਤੇਰੀ ਮੌਤ ਹੋ ਸਕਦੀ ਹੈ। ਮੁਕਤੀ ਇਹ ਸਮਝਾਉਂਦੀ ਹੈ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉਹਨਾਂ ਦਾ ਮੋਹ ਟੁੱਟ ਜਾਂਦਾ ਹੈ। ਉਹਨਾਂ ਦਾ ਮੋਹ ਜਿਹੜੀ ਪਕੜ ਆ ਉਹ ਖਤਮ ਹੋ ਜਾਂਦੀ ਹੈ, ਉਹ ਮੁਕਤ ਹੋ ਜਾਂਦੇ ਹਨ, ਆਨੰਦ ਮਾਣਦੇ ਆ ਜ਼ਿੰਦਗੀ ਦਾ। ਉੱਤਮ ਇਹੋ ਵਿਚਾਰ ਹੈ। ਲਓ ਜੀ, ਸਭ ਤੋਂ ਉੱਤਮ ਵਿਚਾਰ ਕੀ ਹੈ? ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ, ਚਾਹੇ ਕੋਈ ਪਟਿਆਂ ਵਾਲੇ ਵੀਰ ਹੋਣ, ਕੋਈ ਜ਼ਰੂਰੀ ਨਹੀਂ, ਭੈਣ ਭਾਈ ਬੀਬੀ ਬੱਚਾ ਕੋਈ ਵੀ ਹੈ, ਜਿਹੜੇ ਵਿਚਾਰ ਲੈਣਾ ਚਾਹੁੰਦੇ ਆ, ਜਿਹੜੇ ਗਿਆਨ ਲੈਣਾ ਚਾਹੁੰਦੇ ਆ, ਕਿਉਂਕਿ ਗਿਆਨ ਕਿਹੜਾ ਲੈਣਾ ਹੁੰਦਾ ਆਪਾਂ? ਉੱਤਮ, ਉੱਚੇ ਤੋਂ ਉੱਚਾ। ਉੱਤਮ ਇਹੋ ਵਿਚਾਰ ਹੈ। ਇਹ ਵਿਚਾਰ ਉੱਤਮ ਆ ਭਾਈ। ਜਿਨ ਸੱਚੇ ਸਿਉ ਚਿੱਤ ਲਾਇਆ, ਜਿਹਨੇ ਸੱਚੇ ਗੁਰੂ ਨਾਲ ਚਿੱਤ ਜੋੜ ਲਿਆ, ਉਹਦਾ ਸੱਚੇ ਪ੍ਰਮਾਤਮਾ ਦੇ ਨਾਲ ਸਮਝ ਲਓ ਚਿੱਤ ਜੁੜ ਗਿਆ, ਉਹ ਸੱਚ ਦੇ ਨਾਲ ਜੁੜ ਗਿਆ। ਸੱਚ ਕੀ ਹੈ? ਨਾਮ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਵਿਚਾਰ ਉੱਤਮ ਆ ਭਾਈ। ਗੁਰਬਾਣੀ ਕਿਹਦੇ ਨਾਲ ਜੋੜਦੀ ਹੈ? ਸੱਚੇ ਨਾਲ। ਕਰਮ ਕਾਂਡਾਂ ਤੋਂ ਸਾਨੂੰ ਰੋਕਦੀ ਹੈ। ਸਿੱਧੇ ਮਨੁੱਖ ਨੂੰ, ਕਿਉਂਕਿ ਮਨੁੱਖ ਨੂੰ ਬਾਹਲੇ ਬਲਾਂ ਦੀ ਲੋੜ ਨਹੀਂ ਹੈ, ਬਸ ਮਨੁੱਖ ਨੂੰ ਆਪਣੇ ਅੰਦਰ ਜਾਣ ਦੀ ਲੋੜ ਆ। ਬਾਹਰ ਰੱਬ ਨਹੀਂ ਹੈ, ਬਾਹਰ ਸੰਸਾਰ ਆ, ਬਾਹਰਲੀ ਦੁਨੀਆ ਬਾਹਰਲੀ ਹੈ ਤੇ ਇੱਕ ਅੰਦਰਲੀ ਦੁਨੀਆ। ਬਸ ਉਹ ਦੁਨੀਆ ਮੇਰਾ ਅੰਦਰ ਦਾ ਜਿਹੜਾ ਉਹ ਨਾ ਖਰਾਬ ਹੋ ਜਾਵੇ। ਇਹ ਉੱਤਮ ਵਿਚਾਰ ਪ੍ਰਾਪਤ ਕਰਕੇ ਸੱਚੇ ਨਾਲ ਚਿੱਤ ਜੋੜਨਾ, ਜਗ ਜੀਵਨ ਦਾਤਾ ਪਾਇਆ। ਜਿਹੜੇ ਸੱਚੇ ਨਾਲ ਜੁੜ ਗਏ, ਸੱਚ ਨਾਲ ਜੁੜ ਗਏ, ਸੱਚ ਹੀ ਉਹ ਜਗ ਨੂੰ ਜੀਵਨ ਦੇਣ ਵਾਲਾ ਦਾਤਾ, ਜਗਤ ਨੂੰ ਜੀਵਨ ਦੇਣ, ਸਾਰੇ ਜਿੰਨਾ ਵੀ ਜਗਤ ਆ ਉਹਨੂੰ ਜੀਵਨ ਦੇਣ ਵਾਲਾ ਕੌਣ ਆ? ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਉਹ ਕੀ ਰੂਪ 'ਚ ਆ? ਕਿਹੜੇ ਰੂਪ 'ਚ ਆ? ਸੱਚ ਰੂਪ ਦੇ ਵਿੱਚ। ਅਤੇ ਗੁਰਬਾਣੀ ਨੇ ਮੈਨੂੰ ਕੀ ਕਰਨਾ? ਮੈਨੂੰ ਸਵਾਰਨਾ, ਝੂਠ ਤੋਂ ਸੱਚ ਕਰਕੇ ਪਰਮਾਤਮਾ ਦੇ ਨਾਲ ਜੋੜ ਦੇਣਾ। ਜਿਵੇਂ ਆਪਾਂ ਇਸ ਤਰ੍ਹਾਂ ਉਦਾਹਰਨ ਲੈ ਲਈਏ, ਕੋਈ ਬੱਚਾ ਤਾਂਘ ਕਰਦਾ ਆਪਣੇ ਪਿਤਾ ਦੀ ਬੁੱਕਲ ਦੇ ਵਿੱਚ ਬਹਿਣ ਵਾਸਤੇ, ਪਿਤਾ ਜੀ ਸੱਥ 'ਚ ਪਰੇ 'ਚ ਬੈਠੇ ਆ, ਚਿੱਟੇ ਕੱਪੜੇ ਪਾਏ ਆ, ਬੱਚਾ ਲਿਬੜਿਆ ਤਿਬੜਿਆ। ਸਿਆਣੀ ਮਾਂ ਕੀ ਕਰੇਗੀ? ਸਿਆਣੀ ਮਾਂ ਉਹਨੂੰ ਨਵਾਵੇਗੀ, ਧਵਾਵੇਗੀ, ਸੋਹਣਾ ਜੂੜਾ ਕਰੇਗੀ ਅਤੇ ਕਾਲਾ ਟਿੱਕਾ ਲਾ ਕੇ ਭੇਜ ਦੇਵੇਗੀ, ਆਪਣੇ ਪਿਓ ਦੀ ਬੁੱਕਲ 'ਚ ਬੱਚਾ ਪਹੁੰਚ ਜਾਵੇਗਾ। ਬਸ ਗੁਰਬਾਣੀ ਇਹੀ ਕੰਮ ਕਰਦੀ ਹੈ। ਸਾਡਾ ਮਨ ਰੂਪੀ ਬੱਚਾ, ਮਨ ਮੈਲੇ, ਸਭ ਕੁਛ ਮੈਲਾ ਤਨ ਧੋਤੇ, ਮਨ ਹੱਛਾ ਨਾ ਹੋਏ। ਮਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾ। ਇਸ ਮਨ ਨੂੰ ਧੋਣ ਦੇ ਵਾਸਤੇ ਗੁਰਬਾਣੀ ਦੇ ਨਾਲ, ਸਤਿਗੁਰੂ ਦੇ ਨਾਲ, ਸੱਚ ਦੇ ਨਾਲ, ਸੱਚੀ ਬਾਣੀ ਦੇ ਨਾਲ ਜੁੜਨਾ ਜ਼ਰੂਰੀ ਹੈ। ਜਿੱਦੇ ਮਨ ਸਾਫ਼ ਹੋ ਗਿਆ, ਜਿੱਦੇ ਸ਼ੁੱਧੀਕਰਨ ਹੋ ਗਿਆ, ਜਿੱਦੇ ਮਨ ਦਾ ਇਸ਼ਨਾਨ ਹੋ ਗਿਆ, ਉੱਦੇ ਪਿਤਾ ਦੀ ਬੁੱਕਲ 'ਚ ਬਹਿਣ ਜੋਗਾ ਇਹ ਮਨ ਹੋ ਜਾਵੇਗਾ। ਭਾਵ ਮਨੁੱਖ ਪ੍ਰਮਾਤਮਾ ਦੇ ਨਾਲ ਜੁੜ ਜਾਵੇਗਾ। ਜਗਜੀਵਨ ਦਾਤਾ ਪਾਇਆ। ਸਤਿਗੁਰੂ ਦੇ ਨਾਲ ਜੁੜ ਕੇ ਜਗਜੀਵਨ ਦਾਤੇ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਤੋਂ ਬਿਨਾਂ ਨਾ ਕਿਸੇ ਨੇ ਪਾਇਆ ਅਤੇ ਨਾ ਕਿਸੇ ਨੇ ਪਾਉਣਾ। ਹੁਣ ਸਾਡੇ ਵਾਸਤੇ ਕੀ ਬਣ ਗਿਆ? ਸਾਡੇ ਵਾਸਤੇ ਇਹ ਸਾਰੀ ਵਿਚਾਰ ਦਾ ਨਿਚੋੜ ਇਹ ਬਣ ਗਿਆ ਕਿ ਗੁਰਬਾਣੀ ਨਾਲ ਆਪ ਵੀ ਜੁੜੋ ਅਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਭਾਈ। ਗੁਰਬਾਣੀ ਨਾਲ ਜੁੜ ਕੇ ਹੀ ਅੰਦਰ ਆਤਮਿਕ ਗਿਆਨ ਹੋਣਾ, ਅੰਦਰ ਪ੍ਰਕਾਸ਼ ਹੋਣਾ, ਹਨੇਰਾ ਖਤਮ ਹੋਣਾ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਕਰਮਾਂ ਵਾਲਿਆਂ ਦੇ ਮਨ ਦੇ ਵਿੱਚ ਵਸ ਜਾਂਦੀ ਹੈ। ਉਹ ਧੰਨ ਭਾਗੀ ਹਨ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਆਪਾਂ ਅੱਜ ਤੋਂ ਹੀ ਜੁੜਨ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਬੱਚਿਆਂ ਨੂੰ ਵੀ ਜੋੜੀਏ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।